हर कुड़ी दी तरह विआह दी पहली रात मैं भी अपने पति मनवीर दा इंतजार कर रही सी। एक अजीब ਜਿਹੀ बेचैनी सी क्योंकि ये रिश्ता मेरे माँ प्यो ਦੀ मर्जी नाल होया सी। मेरे दिमाग ਵਿੱਚ बहुत सारे विचार चल रहे सन। मैं सोचां ਵਿੱਚ गुम बैठी सी कि पता भी ना ਚੱਲਿਆ कि कदों 10 ਵੱਜ गए, पर अजे तक मनवीर कमरे ਵਿੱਚ नहीं आया सी। बहुत समय बाद ਉਹ कमरे ਵਿੱਚ आया। मैं कहा मैं कदों ਦਾ इंतजार कर रही सी ਤਾਂ ਮਨਵੀਰ ਕਹਿਣ ਲੱਗਿਆ मैं ਮਾਂ ਦੇ ਕਮਰੇ ਵਿੱਚ ਸੀ, ਉਹਨਾਂ ਦੀਆਂ ਲੱਤਾਂ ਦਬਾ ਰਿਹਾ ਸੀ। मैं हर रोज़ ਸੌਣ ਤੋਂ ਪਹਿਲਾਂ ਮਾਂ ਦੀਆਂ ਲੱਤਾਂ ਦਬਾਉਂਦਾ ਹਾਂ। मैं उस समय इस गल ਨੂੰ नज़रअंदाज कर ਦਿੱਤਾ कि चलो ਉਹ ਮਨਵੀਰ ਦੀ ਮਾਂ है ਤੇ ਮਨਵੀਰ ਦਾ फर्ज ਬਣਦਾ है कि ਉਹ ਆਪਣੀ ਮਾਂ ਦਾ ख्याल रखे। पर हैरानी इस गल तो सी कि ਇਹ ਮਨਵੀਰ ਦਾ हर रोज़ ਦਾ मसला बन चुकिया सी। ਉਹ ਸ਼ਾਮ ਹੁੰਦੇ ਹੀ ਆਪਣੀ ਮਾਂ ਦੇ ਕਮਰੇ ਵਿੱਚ ਚਲਿਆ ਜਾਂਦਾ ਤੇ ਦੋਨੋਂ ਕਮਰਾ ਅੰਦਰੋਂ ਬੰਦ ਕਰ ਲੈਂਦੇ। ਮੈਨੂੰ ਮਨਵੀਰ ਦਾ ਰਵੱਈਆ ਥੋੜਾ ਜਿਹਾ ਅਜੀਬ ਲੱਗਦਾ ਕਿਉਂਕਿ ਉਹ ਮਾਂ ਦੀਆਂ ਲੱਤਾਂ ਕਾਫੀ ਦੇਰ ਤੱਕ ਦਬਾਉਂਦਾ ਰਹਿੰਦਾ ਸੀ। ਮੈਨੂੰ ਥੋੜਾ ਸ਼ੱਕ ਹੋਣ ਲੱਗਿਆ ਸੀ। ਇੱਕ ਦਿਨ ਮੈਂ ਪੱਕਾ ਇਰਾਦਾ ਕਰ ਲਿਆ ਕਿ ਮੈਂ ਰਾਜ ਜਾਣ ਕੇ ਹੀ ਰਹਾਂਗੀ ਕਿ ਉਹ ਦੋਨੋਂ ਆਖਿਰ ਬੰਦ ਕਮਰੇ ਵਿੱਚ ਕੀ ਕਰਦੇ ਹਨ। ਮੇਰਾ ਨਾਮ ਮਨਪ੍ਰੀਤ ਹੈ। ਮੇਰੀ ਉਮਰ 20 ਸਾਲ ਹੈ। मैं बहुत गरीब घर ਵਿੱਚ पैदा हुई सी। ਅਸੀਂ 3 ਭੈਣਾਂ ਸੀ पर ਉਹ ਮੇਰੀਆਂ ਸਕੀਆਂ ਭੈਣਾਂ नहीं सन, ਮਤਰੇਈਆਂ ਸਨ ਕਿਉਂਕਿ ਮੇਰੇ ਪਿਓ ਦੇ 2 ਵਿਆਹ ਹੋਏ ਸੀ। ਪਹਿਲੇ ਵਿਆਹ ਤੋਂ 2 ਬੇਟੀਆਂ ਸਨ। ਉਹਨਾਂ ਦੀ ਪਹਿਲੀ ਪਤਨੀ ਕਿਸੇ ਬਿਮਾਰੀ ਦੇ ਚਲਦੇ ਚੱਲ ਵਸੀ। ਬੇਟੇ ਦੀ ਖਵਾਇਸ਼ ਕਰਕੇ ਪਾਪਾ ਨੇ ਦੂਜਾ ਵਿਆਹ ਕਰਵਾਇਆ ਸੀ। ਪਰ ਸਾਲ ਬਾਅਦ ਮੈਂ ਪੈਦਾ ਹੋਈ। ਮੇਰੇ ਪੈਦਾ ਹੋਣ ਤੇ ਮੇਰੇ ਪਿਓ ਨੂੰ ਬਹੁਤ ਦੁੱਖ ਹੋਇਆ। ਸਮਾਂ ਬੀਤਦਾ ਗਿਆ। ਮੇਰੀਆਂ ਮਤਰੇਈਆਂ ਭੈਣਾਂ ਦਾ ਵਿਆਹ ਹੋ ਗਿਆ। ਕੁਝ ਸਮੇਂ ਬਾਅਦ ਪਾਪਾ ਵੀ ਬਿਮਾਰ ਰਹਿਣ ਲੱਗੇ। ਮੇਰੀ ਮਾਂ ਬਹੁਤ ਪਰੇਸ਼ਾਨ ਸੀ ਕਿਉਂਕਿ ਪਾਪਾ ਦੇ ਇਲਾਜ ਲਈ ਪੈਸੇ ਵੀ ਨਹੀਂ ਸਨ। ਮਜਬੂਰਨ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ। ਮੇਰੀ ਪੜ੍ਹਾਈ ਵੀ ਛੁੱਟ ਗਈ। ਮੈਂ ਵੀ ਕਦੇ-ਕਦੇ ਆਪਣੀ ਮਾਂ ਦੇ ਨਾਲ ਕੰਮ ਕਰਨ ਚਲੀ ਜਾਂਦੀ ਸੀ। ਮੇਰੀ ਮਾਂ ਮੁਸ਼ਕਿਲ ਨਾਲ ਘਰ ਦਾ ਖਰਚਾ ਚਲਾ ਰਹੀ ਸੀ। ਜਦੋਂ ਮੈਂ 20 ਸਾਲ ਦੀ ਹੋਈ ਤਾਂ ਮੇਰੇ ਲਈ ਰਿਸ਼ਤੇ ਆਉਣ ਲੱਗੇ, ਪਰ ਮੇਰਾ ਮਾਂ ਪਿਓ ਹਜੇ ਮੇਰਾ ਵਿਆਹ ਦਾ ਖਰਚਾ ਨਹੀਂ ਉਠਾ ਸਕਦੇ ਸਨ। ਇੱਕ ਦਿਨ ਮੇਰੇ ਲਈ ਅਜਿਹਾ ਰਿਸ਼ਤਾ ਆਇਆ ਜਿਸ ਲਈ ਮੇਰੀ ਮਾਂ ਨੇ ਝੱਟ ਹਾਂ ਕਰ ਦਿੱਤੀ। ਮੁੰਡੇ ਦਾ ਨਾਮ ਮਨਵੀਰ ਸੀ। ਉਹ ਇਕੱਲਾ ਹੀ ਮੁੰਡਾ ਸੀ। ਉਸ ਦਾ ਆਪਣਾ ਕੰਮ ਸੀ ਤੇ ਚੰਗਾ ਕਮਾਉਂਦਾ ਸੀ। ਮੁੰਡੇ ਵਾਲਿਆਂ ਨੇ ਕਿਹਾ ਕਿ ਅਸੀਂ ਕੁੜੀ ਨੂੰ 3 ਕੱਪੜਿਆਂ ਵਿੱਚ ਲੈ ਜਾਵਾਂਗੇ, ਕੋਈ ਦਹੇਜ ਨਹੀਂ ਚਾਹੀਦਾ। ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਕੋਲ। ਮੈਂ ਵੀ ਇਹ ਸਭ ਸੁਣ ਕੇ ਬਹੁਤ ਖੁਸ਼ ਸੀ। ਮੇਰਾ ਰਿਸ਼ਤਾ ਪੱਕਾ ਹੋ ਗਿਆ। ਉਹਨਾਂ ਨੇ ਵਿਆਹ ਲਈ 1 ਹਫ਼ਤਾ ਦਿੱਤਾ। ਮੈਂ ਵਿਆਹ ਕਰਕੇ ਆਪਣੇ ਸਹੁਰੇ ਘਰ ਆ ਗਈ। ਘਰ ਬਹੁਤ ਸੋਹਣਾ ਸੀ। ਮੈਨੂੰ ਆਪਣੀ ਕਿਸਮਤ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੇਰੀ ਸੱਸ ਤੇ ਪਤੀ ਦਾ ਵਿਵਹਾਰ ਬਹੁਤ ਚੰਗਾ ਸੀ। ਮੇਰੀ ਜ਼ਿੰਦਗੀ ਵਿੱਚ ਸਭ ਵਧੀਆ ਚੱਲ ਰਿਹਾ ਸੀ ਤੇ ਮੈਂ ਬਹੁਤ ਖੁਸ਼ ਸੀ। ਪਰ ਇੱਕ ਗੱਲ ਅਜੀਬ ਸੀ। ਜਦੋਂ ਸਵੇਰੇ ਮਨਵੀਰ ਕੰਮ ਤੇ ਚਲਿਆ ਜਾਂਦਾ, ਥੋੜੀ ਦੇਰ ਬਾਅਦ ਮੇਰੀ ਸੱਸ ਵੀ ਘਰੋਂ ਚਲੀ ਜਾਂਦੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹਰ ਰੋਜ਼ ਕਿੱਥੇ ਜਾਂਦੀ ਹੈ। ਇੱਕ ਦਿਨ ਮੈਂ ਆਪਣੀ ਸੱਸ ਤੋਂ ਪੁੱਛ ਹੀ ਲਿਆ ਤਾਂ ਉਹ ਕਹਿਣ ਲੱਗੀ ਉਹ ਆਪਣੀ ਸਹੇਲੀ ਕੋਲ ਚਲੀ ਜਾਂਦੀ ਹੈ। ਉਸ ਨਾਲ ਸਮਾਂ ਵਧੀਆ ਗੁਜ਼ਰ ਜਾਂਦਾ ਹੈ। ਮੈਂ ਵੀ ਉਸ ਦੀ ਗੱਲ ਤੇ ਯਕੀਨ ਕਰ ਲਿਆ। ਫਿਰ ਕਦੇ ਉਸ ਨੂੰ ਇਸ ਬਾਰੇ ਨਹੀਂ ਪੁੱਛਿਆ। ਸਮਾਂ ਇਸ ਤਰ੍ਹਾਂ ਹੀ ਗੁਜ਼ਰਦਾ ਗਿਆ। ਮੇਰੀ ਸੱਸ ਮੇਰਾ ਬਹੁਤ ਧਿਆਨ ਰੱਖਦੀ। ਉਹ ਹਰ ਰੋਜ਼ ਰਾਤ ਨੂੰ ਮੈਨੂੰ ਦੁੱਧ ਦਾ ਗਲਾਸ ਆਪਣੇ ਹੱਥਾਂ ਨਾਲ ਪਿਲਾਉਂਦੀ। ਮੇਰੀ ਸੱਸ ਦੀ ਉਮਰ ਜ਼ਿਆਦਾ ਨਹੀਂ ਸੀ ਲੱਗਦੀ। ਵਿਆਹ ਨੂੰ 1 ਮਹੀਨਾ ਹੋ ਗਿਆ ਸੀ। ਇੱਕ ਦਿਨ ਅਚਾਨਕ ਮੇਰੀ ਤਬੀਅਤ ਖਰਾਬ ਹੋ ਗਈ। ਉਹ ਮੈਨੂੰ ਹਸਪਤਾਲ ਲੈ ਕੇ ਗਏ। ਡਾਕਟਰ ਨੇ ਜੋ ਮੈਨੂੰ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਮੈਂ ਆਪਣਾ ਹੋਣ ਵਾਲਾ ਬੱਚਾ ਖੋ ਦਿੱਤਾ ਸੀ। ਮੇਰੀ ਸੱਸ ਤੇ ਮਨਵੀਰ ਨੇ ਮੈਨੂੰ ਬਹੁਤ ਦਿਲਾਸਾ ਦਿੱਤਾ। ਮੈਂ ਸਦਮੇ ਵਿੱਚ 1 ਹਫ਼ਤਾ ਮੰਜੇ ਤੇ ਪਈ ਰਹੀ। ਹੌਲੀ-ਹੌਲੀ ਜ਼ਿੰਦਗੀ ਫਿਰ ਨਾਰਮਲ ਹੋ ਗਈ। ਮੈਂ ਰੱਬ ਤੋਂ ਹਮੇਸ਼ਾ ਬੱਚੇ ਦੇ ਲਈ ਦੁਆ ਮੰਗਦੀ। ਕੁਝ ਸਮੇਂ ਬਾਅਦ ਮੈਂ ਫਿਰ ਪ੍ਰੈਗਨੈਂਟ ਹੋ ਗਈ। ਮੈਂ ਬਹੁਤ ਖੁਸ਼ ਸੀ, ਪਰ ਇਸ ਵਾਰ ਮੈਂ ਫਿਰ ਬਿਮਾਰ ਹੋ ਗਈ ਤੇ ਮੈਂ ਫਿਰ ਆਪਣਾ ਬੱਚਾ ਖੋ ਦਿੱਤਾ ਸੀ। ਅਜੀਬ ਗੱਲ ਇਹ ਸੀ ਕਿ ਮੇਰੇ ਪਤੀ ਤੇ ਮੇਰੇ ਸੱਸ ਦੇ ਰਵੱਈਏ ਵਿੱਚ ਕੋਈ ਫਰਕ ਨਹੀਂ ਪਿਆ, ਪਰ ਮੈਂ ਬਿਮਾਰ ਰਹਿਣ ਲੱਗੀ ਸੀ। ਹਮੇਸ਼ਾ ਇਹ ਸੋਚਦੀ ਰਹਿੰਦੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ।
ਮੇਰੇ ਨਾਲ 3-4 ਵਾਰ ਇਸ ਤਰ੍ਹਾਂ ਹੀ ਹੋਇਆ, ਪਰ ਮੇਰੀ ਸੱਸ ਤੇ ਮਨਵੀਰ ਦੇ ਰਵੱਈਏ ਵਿੱਚ ਜਰਾ ਵੀ ਬਦਲਾਵ ਨਹੀਂ ਆਇਆ। ਮੈਂ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿਣ ਲੱਗੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਸ ਦੌਰਾਨ ਮੇਰੇ ਪਾਪਾ ਵੀ ਚੱਲ ਵਸੇ। ਮੇਰੀ ਮਾਂ ਵੀ ਇਕੱਲੀ ਰਹਿ ਗਈ ਸੀ। ਮੈਨੂੰ ਲੱਗਣ ਲੱਗਿਆ ਕਿ ਜਿੰਨੀ ਤੇਜ਼ੀ ਨਾਲ ਖੁਸ਼ੀਆਂ ਮੇਰੀ ਜ਼ਿੰਦਗੀ ਵਿੱਚ ਆਈਆਂ, ਓਨੀ ਤੇਜ਼ੀ ਨਾਲ ਹੀ ਵਾਪਸ ਚਲੀਆਂ ਗਈਆਂ। ਸਭ ਕੁਝ ਅਜੀਬ ਜਿਹਾ ਹੋ ਗਿਆ ਸੀ। ਇੱਕ ਦਿਨ ਮੇਰੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜਿਸ ਨੇ ਮੇਰੀ ਰੂਹ ਨੂੰ ਚੀਰ ਕੇ ਰੱਖ ਦਿੱਤਾ। ਉਸ ਦਿਨ ਮੇਰੀਆਂ ਅੱਖਾਂ ਤੋਂ ਸਾਰੀਆਂ ਪੱਟੀਆਂ ਉਤਰ ਗਈਆਂ। ਮੈਂ ਆਪਣੀ ਸੱਸ ਤੇ ਪਤੀ ਦੀਆਂ ਗੱਲਾਂ ਸੁਣ ਕੇ ਸੁੰਨ ਹੋ ਗਈ। ਇੱਕ ਰਾਤ ਨੂੰ ਜਦੋਂ ਮੈਂ ਪਾਣੀ ਪੀਣ ਲਈ ਉੱਠੀ, ਮੈਂ ਰਸੋਈ ਵਿੱਚੋਂ ਪਾਣੀ ਪੀ ਕੇ ਵਾਪਸ ਆ ਰਹੀ ਸੀ ਤਾਂ ਮੈਂ ਆਪਣੀ ਸੱਸ ਦੇ ਕਮਰੇ ਵਿੱਚੋਂ ਹਾਸੇ ਦੀ ਆਵਾਜ਼ ਸੁਣੀ। ਮੈਂ ਕੋਲ ਜਾ ਕੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ। ਮੇਰਾ ਪਤੀ ਆਪਣੀ ਮਾਂ ਨੂੰ ਉਸ ਦੇ ਨਾਮ ਨਾਲ ਬੁਲਾ ਰਿਹਾ ਸੀ। ਮੇਰੀ ਸੱਸ ਦਾ ਨਾਮ ਰਣਜੀਤ ਸੀ। ਮਨਵੀਰ ਕਹਿ ਰਿਹਾ ਸੀ ਕਿ ਰਣਜੀਤ ਹੌਲੀ ਬੋਲ, ਮਨਪ੍ਰੀਤ ਨਾ ਉੱਠ ਜਾਵੇ। ਮੇਰੀ ਸੱਸ ਨੇ ਕਿਹਾ ਬੇਫਿਕਰ ਰਹਿ, ਉਹ ਨਹੀਂ ਉੱਠਦੀ। ਮੈਂ ਉਸ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਲਾਇਆ ਹੈ। ਫਿਰ ਉਹ ਦੋਨੋਂ ਹੱਸਣ ਲੱਗੇ। ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਂ ਉਹਨਾਂ ਦੀਆਂ ਹੋਰ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸੁਣ ਨਾ ਪਾਈ, ਇਸ ਲਈ ਕਮਰੇ ਵਿੱਚ ਆ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਨਾਲ ਅਜਿਹਾ ਕਿਉਂ ਕਰ ਰਹੇ ਸਨ। ਅਗਲੇ ਦਿਨ ਮੈਂ ਪਹਿਲਾਂ ਦੀ ਤਰ੍ਹਾਂ ਹੀ ਉੱਠੀ ਤਾਂ ਕਿ ਉਹਨਾਂ ਨੂੰ ਸ਼ੱਕ ਨਾ ਹੋਵੇ। ਅਗਲੀ ਰਾਤ ਜਦੋਂ ਸੱਸ ਮੈਨੂੰ ਦਵਾਈ ਦੇਣ ਲਈ ਆਈ ਤਾਂ ਮੈਂ ਸੱਸ ਦਾ ਧਿਆਨ ਹੋਰ ਪਾਸੇ ਕਰਕੇ ਮੈਂ ਗੋਲੀ ਛੁਪਾ ਦਿੱਤੀ ਤੇ ਸੱਸ ਨੂੰ ਇਸ ਤਰ੍ਹਾਂ ਦਿਖਾਇਆ ਜਿਵੇਂ ਮੈਂ ਗੋਲੀ ਖਾ ਲਈ ਹੋਵੇ। ਮੇਰੀ ਸੱਸ ਆਪਣੇ ਕਮਰੇ ਵਿੱਚ ਚਲੇ ਗਈ ਤੇ ਫਿਰ ਮੇਰੇ ਪਤੀ ਵੀ ਮਾਂ ਦੀਆਂ ਲੱਤਾਂ ਦਬਾਉਣ ਦੇ ਬਹਾਨੇ ਉਸ ਦੇ ਕਮਰੇ ਵਿੱਚ ਚਲਿਆ ਗਿਆ। ਜਦੋਂ ਉਹਨਾਂ ਦੋਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਤਾਂ ਮੈਂ ਉੱਠ ਕੇ ਕਮਰੇ ਦੇ ਬਾਹਰ ਜਾ ਖੜੀ ਹੋਈ। ਮਨਵੀਰ ਕਹਿ ਰਿਹਾ ਸੀ ਕਿ ਰਣਜੀਤ, ਮੈਨੂੰ ਲੱਗਦਾ ਹੈ ਮਨਪ੍ਰੀਤ ਵੀ ਬੱਚਾ ਪੈਦਾ ਨਹੀਂ ਕਰ ਸਕਦੀ। ਫਿਰ ਫਾਇਦਾ ਕੀ ਹੋਇਆ ਦੂਜਾ ਵਿਆਹ ਕਰਵਾਉਣ ਦਾ? ਹੁਣ ਉਹ ਕਦੇ ਮਾਂ ਨਹੀਂ ਬਣ ਸਕਦੀ, ਪਰ ਮੈਨੂੰ ਤਾਂ ਬੱਚਾ ਚਾਹੀਦਾ ਹੈ, ਉਹ ਵੀ ਹਰ ਹਾਲ ਵਿੱਚ। ਰਣਜੀਤ ਨੇ ਕਿਹਾ ਕੋਈ ਗੱਲ ਨਹੀਂ, ਮੈਂ ਆਪਣੇ ਪਤੀ ਦਾ ਇੱਕ ਹੋਰ ਵਿਆਹ ਕਰਵਾ ਦੇਵਾਂਗੀ, ਉਹ ਬੱਚਾ ਪੈਦਾ ਕਰ ਦੇਵੇਗੀ। ਤਾਂ ਮਨਵੀਰ ਨੇ ਕਿਹਾ ਇਸ ਮਨਪ੍ਰੀਤ ਦਾ ਕੀ ਕਰਨਾ ਹੈ? ਰਣਜੀਤ ਨੇ ਕਿਹਾ ਇਹ ਤਾਂ ਆਪਣੇ ਆਪ ਮਰ ਜਾਵੇਗੀ। ਫਿਰ ਉਹ ਦੋਨੋਂ ਹੱਸਣ ਲੱਗੇ। ਮੇਰੇ ਤਾਂ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਜਿਸ ਨੂੰ ਮੈਂ ਆਪਣੀ ਸੱਸ ਸਮਝ ਰਹੀ ਸੀ, ਉਹ ਤਾਂ ਮੇਰੇ ਪਤੀ ਦੀ ਪਹਿਲੀ ਪਤਨੀ ਸੀ। ਇੰਨਾ ਵੱਡਾ ਧੋਖਾ ਹੋ ਗਿਆ ਸੀ ਮੇਰੇ ਨਾਲ। ਮੈਂ ਆਪਣੇ ਕਮਰੇ ਵਿੱਚ ਚਲੇ ਗਈ ਤੇ ਰੋਣ ਲੱਗੀ। ਮੈਂ ਕੀ ਗੁਨਾਹ ਕਰ ਦਿੱਤਾ ਜਿਸ ਦੀ ਮੈਨੂੰ ਸਜ਼ਾ ਮਿਲੀ ਸੀ? ਮੈਂ ਸੋਚਿਆ ਕਿ ਸਵੇਰੇ ਮਨਵੀਰ ਦੇ ਕੰਮ ਤੇ ਜਾਣ ਤੋਂ ਬਾਅਦ ਰਣਜੀਤ ਨੂੰ ਪੁੱਛਾਂਗੀ ਕਿ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੈਂ ਸਵੇਰੇ ਮਨਵੀਰ ਦੇ ਜਾਣ ਤੋਂ ਬਾਅਦ ਰਣਜੀਤ ਦੇ ਕਮਰੇ ਵਿੱਚ ਚਲੇ ਗਈ ਤੇ ਸਿੱਧਾ ਹੀ ਪੁੱਛ ਲਿਆ ਸੀ ਕਿ ਰਣਜੀਤ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੇਰੇ ਸਵਾਲ ਨਾਲ ਉਹ ਹੈਰਾਨ ਰਹਿ ਗਈ, ਪਰ ਇਹ ਵੀ ਸਮਝ ਗਈ ਕਿ ਮੈਨੂੰ ਸਭ ਪਤਾ ਚੱਲ ਗਿਆ ਹੈ। ਫਿਰ ਉਹ ਆਪਣੇ ਅਸਲੀ ਰੂਪ ਵਿੱਚ ਆ ਗਈ ਤੇ ਕਹਿਣ ਲੱਗੀ ਹੁਣ ਸਾਨੂੰ ਤੇਰੀ ਜ਼ਰੂਰਤ ਨਹੀਂ ਹੈ। ਮੈਂ ਬੱਚਾ ਪੈਦਾ ਨਹੀਂ ਕਰ ਸਕਦੀ ਸੀ, ਇਸ ਲਈ ਅਸੀਂ ਦੋਨਾਂ ਨੇ ਇਹ ਪਲਾਨ ਬਣਾਇਆ ਸੀ, ਪਰ ਮੈਂ ਨਹੀਂ ਚਾਹੁੰਦੀ ਸੀ ਕਿ ਮਨਵੀਰ ਦੀ ਔਲਾਦ ਕਿਸੇ ਹੋਰ ਤੋਂ ਹੋਵੇ। ਇਸ ਲਈ ਤੇਰੇ ਬੱਚੇ ਵੀ ਮੈਂ ਮਾਰਦੀ ਰਹੀ, ਤੈਨੂੰ ਅਜਿਹੀਆਂ ਦਵਾਈਆਂ ਦਿੰਦੀ ਰਹੀ ਕਿ ਤੂੰ ਬਹੁਤ ਜਲਦੀ ਮਰ ਜਾਵੇ। ਮੈਂ ਉਸ ਨੂੰ ਕਿਹਾ ਜੋ ਤੂੰ ਮੇਰੇ ਨਾਲ ਕੀਤਾ ਹੈ, ਰੱਬ ਤੈਨੂੰ ਇਸ ਦੀ ਸਜ਼ਾ ਜ਼ਰੂਰ ਦੇਵੇਗਾ। ਫਿਰ ਮੈਂ ਉਹ ਘਰ ਛੱਡ ਕੇ ਆ ਗਈ ਤੇ ਆਪਣੀ ਮਾਂ ਨਾਲ ਰਹਿਣ ਲੱਗੀ। ਕੁਝ ਸਮੇਂ ਬਾਅਦ ਮੈਨੂੰ ਖਬਰ ਮਿਲੀ ਕਿ ਉਹਨਾਂ ਦੋਨਾਂ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ। ਮੈਂ ਤਾਂ ਸਭ ਕੁਝ ਰੱਬ ਤੇ ਛੱਡ ਦਿੱਤਾ ਸੀ, ਪਰ ਇਸੇ ਦੌਰਾਨ ਮੇਰਾ ਇੱਕੋ ਇੱਕ ਸਹਾਰਾ ਮੇਰੀ ਮਾਂ ਵੀ ਰੱਬ ਨੂੰ ਪਿਆਰੀ ਹੋ ਗਈ। ਮੈਂ ਇੱਕ ਹਸਪਤਾਲ ਵਿੱਚ ਸਫਾਈ ਦਾ ਕੰਮ ਕਰਨ ਲੱਗੀ, ਜਿਸ ਨਾਲ ਆਪਣਾ ਪੇਟ ਪਾਲ ਰਹੀ ਸੀ। ਇਸੇ ਹਸਪਤਾਲ ਵਿੱਚ ਇੱਕ ਮੁੰਡਾ ਮਾਲੀ ਦਾ ਕੰਮ ਕਰਦਾ ਸੀ। ਉਸ ਦੀ ਪਤਨੀ ਮਰ ਚੁੱਕੀ ਸੀ ਤੇ ਕੋਈ ਔਲਾਦ ਵੀ ਨਹੀਂ ਸੀ। ਉਹ ਮੈਨੂੰ ਹਰ ਸਮੇਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਉਸ ਦਾ ਨਾਂ ਅਮਰ ਸੀ। ਉਸ ਨਾਲ ਵਕਤ ਗੁਜ਼ਾਰ ਕੇ ਲੱਗਦਾ ਕਿ ਜ਼ਿੰਦਗੀ ਫਿਰ ਤੋਂ ਹਸੀਨ ਹੋ ਗਈ ਹੈ। ਇੱਕ ਦਿਨ ਅਮਰ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਪਸੰਦ ਕਰਦਾ ਹੈ। ਮੈਂ ਵੀ ਉਸ ਨੂੰ ਪਸੰਦ ਕਰਨ ਲੱਗੀ ਸੀ। ਫਿਰ ਅਸੀਂ ਵਿਆਹ ਕਰਵਾ ਲਿਆ। ਉਹ ਬਹੁਤ ਚੰਗਾ ਸੀ, ਮੇਰਾ ਬਹੁਤ ਧਿਆਨ ਰੱਖਦਾ ਸੀ। ਉਸ ਨੇ ਮੇਰਾ ਇਲਾਜ ਵੀ ਕਰਵਾਇਆ ਤੇ ਮੈਂ ਫਿਰ ਤੋਂ ਪ੍ਰੈਗਨੈਂਟ ਹੋ ਗਈ। ਮੈਂ ਇੱਕ ਬੇਟੇ ਨੂੰ ਜਨਮ ਦਿੱਤਾ ਤੇ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ।
ਅਸੀਂ ਬਹੁਤ ਅਮੀਰ ਤਾਂ ਨਹੀਂ, ਪਰ ਸਾਡੀ ਜ਼ਿੰਦਗੀ ਵਿੱਚ ਹੁਣ ਬਹੁਤ ਸਕੂਨ ਤੇ ਹਰ ਖੁਸ਼ੀ ਹੈ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ, ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ